अस्सलाम वालेकुम। कुरान पाक ਦਾ ਜਿਹੜਾ ਮੁxਤਲਿਫ ਜ਼ਬਾਨਾਂ ਦੇ ਵਿੱਚ ਜਿਹੜੇ ਤਰਜਮੇ ਹੋਏ ਨੇ, ਜਿਹੜੀਆਂ ਤਫਸੀਰ ਲਿਖੀਆਂ ਗਈਆਂ ਨੇ, ਉਹ ਯਕੀਨਨ ਬਹੁਤ ਹੀ ਅੱਛਾ ਅਤੇ ਬਹੁਤ ਹੀ ਜ਼ਬਰਦਸਤ ਕੰਮ ਕੀਤਾ ਹੈਗਾ ਲੋਕਾਂ ਨੇ। ਲੇਕਿਨ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਥੋੜ੍ਹਾ ਜਿਹਾ ਘੱਟ ਕੰਮ ਹੈ ਅਤੇ ਚੀਜ਼ਾਂ ਵੀ ਥੋੜ੍ਹੀਆਂ ਜਿਹੀਆਂ ਘੱਟ ਨਜ਼ਰ ਆਉਂਦੀਆਂ ਹੈਗੀਆਂ ਨੇ। ਅਤੇ ਇਸ ਕਰਕੇ ਮੈਂ ਸੋਚਿਆ ਕਿ ਯਾਰ ਚਲੋ ਕੁਰਾਨ ਪਾਕ ਜਿਹੜਾ ਹੈਗਾ ਨਾ, ਮੈਂ ਕੋਈ ਆਲਮ ਤਾਂ ਹੈ ਨਹੀਂ ਕਿ ਉਹਦਾ ਮੈਂ ਜਨਾਬ ਬੜੇ ਅੱਛੇ ਤਰੀਕੇ ਦੇ ਨਾਲ ਤਰਜਮਾ ਕਰਾਂ। ਅਤੇ ਮੈਂ ਸੋਚਿਆ ਕਿ ਯਾਰ ਚਲੋ ਜਿਹੜਾ ਕੁਰਾਨ ਪਾਕ ਦਾ ਜਿਹੜਾ ਇੱਕ ਮਫਹੂਮ ਜਿਹੜਾ ਬਣਦਾ ਹੈ ਜਾਂ ਜਿਹੜਾ ਮੇਰੀ ਸਮਝ ਦੇ ਵਿੱਚ ਆਉਂਦਾ, ਮੈਂ ਉਹ ਜਿਹੜਾ ਨਾ ਉਹ ਆਸਾਨ ਜ਼ੁਬਾਨ ਦੇ ਵਿੱਚ ਲੋਕਾਂ ਤੱਕ ਪਹੁੰਚਾਵਾਂ। ਜਿਹੜੇ ਤਰਜਮੇ ਕੀਤੇ ਜਾਂਦੇ ਨੇ ਨਾ, ਉਹਨਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤਰਜਮੇ ਦੇ ਵਿੱਚ ਕੋਈ ਇਹੋ ਜਿਹਾ ਲਫ਼ਜ਼ ਇਸਤੇਮਾਲ ਨਾ ਹੋਵੇ ਜਿਹੜਾ ਐਕਚੁਅਲ ਅਰਬੀ ਜਿਹੜੀ ਹੈਗੀ ਹੈ ਨਾ ਉਹਦਾ ਸਹੀ ਮਫਹੂਮ ਨਾ ਬਿਆਨ ਕਰੇ। ਤਰਜਮੇ ਦੇ ਵਿੱਚ ਨਾ ਬਾਅਦ ਔਕਾਤ ਐਸੇ ਅਲਫਾਜ਼ ਇਸਤੇਮਾਲ ਹੁੰਦੇ ਨੇ ਜਿਹੜੇ ਕਿ ਨਾਲ ਹੀ ਦਾ ਆਮ ਬੋਲ ਚਾਲ ਦੇ ਵਿੱਚ ਨਾ ਘੱਟ ਇਸਤੇਮਾਲ ਹੁੰਦੇ ਨੇ। ਉਹ ਇਸ ਕਰਕੇ ਮੈਂ ਕਿਹਾ ਯਾਰ ਚਲੋ ਪੰਜਾਬੀ ਜਿਹੜੀ ਲਾਹੌਰੀ ਸਾਡੀ ਪੰਜਾਬੀ ਹੈਗੀ ਹੈ, ਇਹਦੇ ਵਿੱਚ ਥੋੜ੍ਹਾ ਜਿਹਾ ਕੁਰਾਨ ਪਾਕ ਜਿਹੜਾ ਹੈ ਉਹਦਾ ਮਫਹੂਮ ਬਿਆਨ ਕੀਤਾ ਜਾਏ ਤਾਂ ਕਿ ਚੀਜ਼ਾਂ ਜਿਹੜੀਆਂ ਨੇ ਉਹ ਬਿਹਤਰ ਤਰੀਕੇ ਦੇ ਨਾਲ ਸਮਝ ਦੇ ਵਿੱਚ ਆਉਣ, ਤਾਂ ਕਿ ਅਸੀਂ ਉਹਦੇ ਕੋਲੋਂ ਸਹੀ ਤਰੀਕੇ ਦੇ ਨਾਲ ਇਸਤਫਾਦਾ ਹਾਸਲ ਕਰੀਏ। ਇਹ ਕੁਰਾਨ ਪਾਕ ਜਿਹੜਾ ਹੈਗਾ ਉਹ ਸਿਰਫ ਇਸ ਕਰਕੇ ਥੋੜ੍ਹੀ ਹੈ ਕਿ ਬੰਦਾ ਉਹਨੂੰ ਪੜ੍ਹੇ ਅਤੇ ਬਸ ਉਹ ਨੇਕੀਆਂ ਗਿਣਦਾ ਜਾਏ ਕਿ ਅੱਜ 10 ਹੋ ਗਈਆਂ ਨੇ, ਅੱਜ 50 ਹੋ ਗਈਆਂ ਨੇ, 75 ਹੋ ਗਈਆਂ ਨੇ। ਕੁਰਾਨ ਪਾਕ 'ਤੇ ਜਿਹੜਾ ਉਹ ਹਦਾਇਤ ਵਾਸਤੇ ਆਇਆ ਨਾ, ਅਤੇ ਹਦਾਇਤ ਜਿਹੜੀ ਹੈ ਉਹ ਬੰਦਾ ਉਦੋਂ ਹੀ ਹਾਸਲ ਕਰ ਸਕਦਾ ਹੈਗਾ ਜਦੋਂ ਕਿ ਨਾਲ ਲਈਦਾ ਉਹ ਉਹਦੇ ਉੱਤੇ ਅਮਲ ਕਰੇਗਾ। ਅਤੇ ਅਮਲ ਉਦੋਂ ਹੋਏਗਾ ਜਦੋਂ ਕੋਈ ਚੀਜ਼ ਸਹੀ ਤਰ੍ਹਾਂ ਸਮਝ ਦੇ ਵਿੱਚ ਆਏਗੀ। ਅਤੇ ਇਹ ਚੀਜ਼ਾਂ ਸੋਚਦੇ ਹੋਇਆ ਮੈਂ ਸੋਚਿਆ ਯਾਰ ਚਲੋ ਪੰਜਾਬੀ ਦੇ ਵਿੱਚ ਹੀ ਕੋਸ਼ਿਸ਼ ਕੀਤੀ ਜਾਏ। ਅਤੇ ਇਹ ਤੁਸੀਂ ਪਲੀਜ਼ ਜ਼ਰੂਰ ਮੈਨੂੰ ਦੱਸਣਾ ਹੈ ਕਿ ਤੁਹਾਨੂੰ ਇਹ ਕੋਸ਼ਿਸ਼ ਜਿਹੜੀ ਹੈ ਉਹ ਕਿੰਨੀ ਕੁ ਪਸੰਦ ਆਈ ਹੈ। ਅਤੇ ਇਹ ਚੈਨਲ ਜਿਹੜਾ ਹੈਗਾ ਇਹਨੂੰ ਤੁਸੀਂ ਲਾਈਕ ਵੀ ਕਰੋ ਅਤੇ ਸ਼ੇਅਰ ਕਰੋ ਦੂਸਰਿਆਂ ਦੇ ਨਾਲ, ਤਾਂ ਕਿ ਸਾਡੇ ਜਿਹੜੇ ਦੂਸਰੇ ਭੈਣ ਭਰਾ ਨੇ ਉਹਨਾਂ ਤੱਕ ਵੀ ਜਿਹੜੀ ਚੰਗੀ ਗੱਲ ਹੈ ਉਹ ਪਹੁੰਚੇ। ਤੁਹਾਡੇ ਵਾਸਤੇ ਵੀ ਸਦਕਾ ਜਾਰੀਆ ਬਣੇ ਅਤੇ ਮੇਰੇ ਵਾਸਤੇ ਵੀ ਸਦਕਾ ਜਾਰੀਆ ਬਣੇ, ਅਤੇ ਨਾਲੇ ਮੇਰੀ ਹੌਸਲਾ ਅਫਜ਼ਾਈ ਹੋਏਗੀ। ਸੂਰੇ ਫਾਤਿਹਾ ਜਿਹੜੀ ਹੈ ਨਾ, ਇਹਨੂੰ ਕੁਰਾਨ ਦਾ ਤੁਸੀਂ ਪੇਸ਼ ਲਫ਼ਜ਼ ਵੀ ਕਹਿ ਸਕਦੇ ਹੋ। ਅੱਲਾਹ ਕਰੀਮ ਨੇ ਇਹਨੂੰ ਨਾ ਦੱਸਿਆ ਕਿ ਤੁਸੀਂ ਜਿਹਦੇ ਅੱਗੇ ਦੁਆ ਮੰਗ ਰਹੇ ਹੈਗੇ ਹੋ ਨਾ, ਪਹਿਲੇ ਤਾਂ ਇਹ ਦੱਸਿਆ ਕਿ ਉਹ ਕੌਣ ਹੈ, ਉਹਦੀ ਕੀ ਹਸੀਅਤ ਹੈਗੀ ਹੈ, ਉਹਦਾ ਕੀ ਮੁਕਾਮ ਹੈ, ਜਿਹਦੀ ਗੁਲਾਮੀ ਦੇ ਵਾਸਤੇ ਅਸੀਂ ਆਪਣੇ ਆਪ ਨੂੰ ਤਿਆਰ ਕੀਤਾ। ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਾ ਇਹ ਚੀਜ਼ ਬਿਆਨ ਕੀਤੀ ਹੋਈ। ਅੱਲਾਹ ਕਰੀਮ ਦਾ ਕਲਾਮ ਹੈਗਾ ਅਤੇ ਜ਼ਾਹਿਰ ਹੈ ਅੱਲਾਹ ਕਰੀਮ ਦੇ ਕਲਾਮ ਤੋਂ ਬਿਹਤਰ ਜਿਹੜਾ ਹੈਗਾ ਉਹ ਕਿਹੜਾ ਕਲਾਮ ਹੋ ਸਕਦਾ ਹੈਗਾ। ਅਤੇ ਅੱਲਾਹ ਕਰੀਮ ਨੇ ਨਾ ਸਭ ਤੋਂ ਪਹਿਲੇ ਆਪਣਾ ਤਾਰੁਫ ਕਰਵਾਇਆ ਹੈ ਕਿ ਅਲਹਮਦੁਲਿਲਾਹਿ ਰੱਬਿਲ ਆਲਮੀਨ, ਕਿ ਉਹ ਜਿਹੜੀ ਜ਼ਾਤ ਹੈਗੀ ਹੈ ਨਾ, ਉਹ ਜਿੰਨੇ ਵੀ ਕਾਇਨਾਤ ਵਿੱਚ ਤੁਹਾਨੂੰ ਜੋ ਕੁਛ ਵੀ ਨਜ਼ਰ ਆਉਂਦਾ, ਜੋ ਕੁਛ ਵੀ ਤੁਸੀਂ ਸੁਣਦੇ ਹੈਗੇ ਹੋ ਨਾ, ਉਹ ਉਹਨਾਂ ਸਾਰਿਆਂ ਨੂੰ ਉਹਨੇ ਬਣਾਇਆ ਹੈਗਾ ਅਤੇ ਉਹਨੂੰ ਉਹੀ ਪਾਲਣ ਵਾਲਾ ਹੈਗਾ ਉਹਨਾਂ ਨੂੰ। ਅਤੇ ਰਹਿਮਾਨ ਰਹੀਮ, ਉਹ ਬੜਾ ਮਿਹਰਬਾਨ ਹੈ। ਯਾਨੀ ਕਿ ਉਹ ਐਡਾ ਮਿਹਰਬਾਨ ਹੈਗਾ ਜਿਹੜਾ ਉਹਨੂੰ ਨਹੀਂ ਮੰਨਦਾ ਉਹਨੂੰ ਵੀ ਉਹ ਸਾਰਾ ਕੁਛ ਦਿੰਦਾ ਜਿਹਦੇ ਵਾਸਤੇ ਉਹ ਐਫਰਟ ਕਰਦਾ ਹੈਗਾ। ਅਤੇ ਰਹੀਮ, ਅਗਰ ਕਿਸੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈਗੀ ਹੈ, ਕੋਈ ਉਸ ਕੋਲੋਂ ਕੋਈ ਗੁਨਾਹ ਸਰਜ਼ਦ ਹੋ ਜਾਂਦਾ ਹੈਗਾ, ਅਤੇ ਉਹ ਅੱਲਾਹ ਕਰੀਮ ਜਿਹੜਾ ਹੈਗਾ ਨਾ ਉਹਦੇ ਅਗਰ ਉਹ ਤੋਬਾ ਕਰੇ ਉਹ ਬੰਦਾ, ਅਤੇ ਅੱਲਾਹ ਕਰੀਮ ਉਹਨੂੰ ਮਾਫ ਵੀ ਕਰ ਦਿੰਦਾ ਹੈ। ਇਹ ਉਹਦੀ ਸਿਫਤ ਹੈਗੀ ਹੈ ਨਾ। ਵੈਸੇ ਤਾਂ ਉਹ ਕਹਿੰਦੇ ਨੇ ਕਾਇਨਾਤ ਜਿਹੜੀ ਹੈ ਨਾ ਉਹ ਅਦਲ ਉੱਤੇ ਕਾਇਮ ਹੈਗੀ ਹੈ, ਅਤੇ ਅਦਲ ਦਾ ਮਤਲਬ ਹੁੰਦਾ ਹੈ ਹਰ ਚੀਜ਼ ਦਾ ਆਪਣੀ ਆਪਣੀ ਜਗ੍ਹਾ ਦੇ ਉੱਤੇ ਨਾ ਠੀਕ ਠੀਕ ਹੋਣਾ। ਅਤੇ ਲੇਕਿਨ ਜਿਹੜਾ ਸਾਡਾ ਨਿਜ਼ਾਮ ਚੱਲਦਾ ਪਿਆ ਹੈਗਾ ਨਾ, ਉਹ ਅਦਲ 'ਤੇ ਨਹੀਂ ਚੱਲਦਾ ਪਿਆ, ਉਹ ਚੱਲਦਾ ਹੈ ਉਹਦੇ ਰਹਿਮ ਅਤੇ ਉਹਦੇ ਕਰਮ ਦੀ ਵਜ੍ਹਾ ਤੋਂ। ਉਹ ਜਿਹੜੀ ਉਹਦੀ ਸਿਫਤ ਹੈ ਨਾ ਰਹੀਮ ਹੈ, ਉਹਦੀ ਵਜ੍ਹਾ ਤੋਂ, ਜਿਹੜੀ ਉਹਦੀ ਸਿਫਤ ਹੈ ਰਹਿਮਾਨ ਹੈ, ਉਹਦੀ ਵਜ੍ਹਾ ਤੋਂ ਇਹ ਸਾਰਾ ਜਿਹੜਾ ਸਾਡਾ ਨਿਜ਼ਾਮ ਹੈ ਨਾ ਇਹ ਚੱਲਦਾ ਪਿਆ ਹੈਗਾ। ਮਾਲਿਕ ਯੌਮਿੱਦੀਨ, ਉਸ ਦਿਨ ਦਾ ਮਾਲਕ ਹੈ ਜਦੋਂ ਸਾਰਿਆਂ ਨੂੰ ਇਕੱਠਾ ਕੀਤਾ ਜਾਏਗਾ ਨਾ, ਹਾਂ ਬਈ ਤੁਸੀਂ ਦੁਨੀਆ 'ਤੇ ਕੀ ਕਰਦੇ ਰਹੇ ਹੋ, ਅਤੇ ਉਹਨਾਂ ਨੂੰ ਉਹਨਾਂ ਦੇ ਅਮਾਲ ਦੀ ਜਿਹੜੀ ਜਜ਼ਾ ਹੈ ਅਤੇ ਸਜ਼ਾ ਹੈ ਉਸ ਦਿਨ ਦਾ ਮਾਲਕ ਹੈਗਾ। ਯਾਨੀ ਕਿ ਜੋ ਚਾਹੇ ਉਸ ਵੇਲੇ ਉਹ ਕਰੇਗਾ। ਯਾਨੀ ਕਿ ਜਦੋਂ ਬੰਦਾ ਇਹ ਸਮਝਦਾ ਨਾ ਕਿ ਯਾਰ ਇਹ ਉਹ ਜ਼ਾਤ ਹੈਗੀ ਹੈ ਜਿਹਦੇ ਅੱਗੇ ਕਿਨਾਂ ਲਈਦਾ ਅਸੀਂ ਪੇਸ਼ ਹੋਣਾ ਹੈ, ਜਿਹੜਾ ਸਾਨੂੰ ਪਾਲ ਰਿਹਾ, ਜਿਹਦੇ ਅੱਗੇ ਮੈਂ ਦੁਆ ਮੰਗ ਰਿਹਾ ਹੈਗਾ, ਜਿਹਦੇ ਅੱਗੇ ਮੈਂ ਆਪਣੀਆਂ ਹਾਜਾਤ ਜਿਹੜੀਆਂ ਨੇ ਉਹ ਬਿਆਨ ਕਰ ਰਿਹਾ। ਤੁਸੀਂ ਜ਼ਰਾ ਇੱਕ ਲਮਹੇ ਵਾਸਤੇ ਸੋਚੋ ਨਾ ਕਿ ਜਿਹੜੀ ਇਹ ਕੀੜੀ ਹੈਗੀ ਹੈ, ਉਹ ਅਗਰ ਉਹ ਤੁਹਾਨੂੰ ਕਹੇ ਕਿ ਮੈਨੂੰ ਕੋਈ ਖਾਣਾ ਦੇ ਦੇ ਥੋੜ੍ਹਾ ਜਿਹਾ ਖਾਣ ਨੂੰ, ਅਤੇ ਤੁਹਾਡੇ ਆ ਜਿਹੜਾ ਹੈਗਾ ਨਾ ਇੱਕ ਲੁਕਮਾ ਹੋ ਸਕਦਾ ਉਹਦੇ ਉਹ ਸਾਲ ਭਰ ਜਿਹੜਾ ਹੈਗਾ ਨਾ ਉਹਦੇ ਵਾਸਤੇ ਉਹ ਕਾਫੀ ਹੋ ਗਿਆ।
ਜੇਕਰ ਆਪਣਾ ਕੰਪੈਰੀਜ਼ਨ ਕਰੋ ਨਾ, ਅਗਰ ਤੁਹਾਨੂੰ ਕੋਈ ਕਵੇ ਕਿ ਯਾਰ ਇਹ ਚਿਉਂਟੀਆਂ ਜਿਹੜੀਆਂ ਹੈਗੀਆਂ ਨੇ 10 15 20 50 100 ਹੈ ਤੂੰ ਪਾਲਣੀ ਹੈਗੀ, ਤੁਹਾਡੇ ਤੋਂ ਤਾਂ ਉਹਦਾ ਕਾਹਦਾ ਭਾਰ ਹੈਗਾ, ਤੁਸੀਂ ਕਹਿਣਾ ਕੋਈ ਮਸਲਾ ਹੀ ਨਹੀਂ ਹੈਗਾ। ਹੁਣ ਤੁਸੀਂ ਉਸ ਜ਼ਾਤ ਦੇ ਅੱਗੇ ਦੁਆ ਮੰਗਦੇ ਪਏ ਹੋ ਜਿਹੜੀ ਕਿ ਨਾਂ ਲਈਦਾ ਇਸ ਕਾਇਨਾਤ ਤੋਂ ਬਾਹਰ ਬੈਠੀ ਹੋਈ ਹੈ, ਅਤੇ ਉਹ ਸਾਰੀ ਇਸ ਕਾਇਨਾਤ ਨੂੰ ਉਹਨੇ ਬਣਾਇਆ ਹੈਗਾ, ਅਤੇ ਕਾਇਨਾਤ ਜਿਹੜੀ ਹੈ ਨਾ ਹਾਲੇ ਵੀ ਫੈਲਦੀ ਜਾ ਰਹੀ ਹੈ, ਬਣਦੀ ਜਾ ਰਹੀ ਹੈ। ਉਹ ਐਡੀ ਵੱਡੀ ਜ਼ਾਤ ਹੈਗੀ ਹੈ। ਤੁਸੀਂ ਹੁਣ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਇਸ ਕਾਇਨਾਤ ਦੇ ਵਿੱਚ ਕਿੱਥੇ ਸਟੈਂਡ ਕਰਦੇ ਹੋ। ਅਸੀਂ ਤਾਂ ਜਹਾਜ਼ ਉੱਤੇ ਜਿਹੜੇ ਬੰਦਿਆਂ ਨੇ ਸਫ਼ਰ ਕੀਤਾ ਹੈਗਾ ਉਹਨਾਂ ਨੂੰ ਥੱਲੇ ਬੰਦੇ ਨਜ਼ਰ ਨਹੀਂ ਆਉਂਦੇ, ਅਤੇ ਹਸੀਅਤ ਚੈੱਕ ਕਰੋ ਨਾ ਕਿ ਹੁਣ ਤੁਸੀਂ ਉਹ ਰੱਬ ਨੂੰ ਕਿਨਾਂ ਲਈ ਦਾ ਮੰਨਦੇ ਹੋ ਜਿਹੜਾ ਜਿਹਨੇ ਸਾਰੀ ਕਾਇਨਾਤ ਬਣਾਈ ਹੈ, ਅਤੇ ਆਪ ਉਹ ਇਸ ਕਾਇਨਾਤ ਤੋਂ ਬਾਹਰ ਬੈਠਾ ਹੋਇਆ, ਅਤੇ ਉਹ ਹੁਣ ਕਿਨਾਂ ਲਈ ਦਾ ਤੁਸੀਂ ਉਹਦੇ ਅੱਗੇ ਦੁਆ ਮੰਗ ਰਹੇ ਹੋ ਕਿ ਯਾ ਅੱਲਾ ਮੇਰਾ ਇਹ ਕੰਮ ਕਰ ਦੇ, ਮੇਰਾ ਇਹ ਕੰਮ ਕਰ ਦੇ, ਮੇਰਾ ਇਹ ਕੰਮ ਕਰ ਦੇ। ਉਹਦੇ ਵਾਸਤੇ ਉਹ ਸਾਰਾ ਕੰਮ ਕਰ ਦੇਣਾ ਕੀ ਮਾਨੀ ਰੱਖਦਾ, ਸਾਡੀ ਹਸੀਅਤ ਕੀ ਹੈਗੀ ਹੈ। ਅਤੇ ਇਸ ਤੁਸੀਂ ਜੋ ਨਜ਼ਰੀਏ ਦੇ ਨਾਲ ਰੱਬ ਨੂੰ ਤੁਸੀਂ ਦੇਖੋ ਕਿ ਤੁਸੀਂ ਪਹਿਚਾਨੋ, ਅਤੇ ਤੁਹਾਨੂੰ ਲੱਗੇਗਾ ਤੁਸੀਂ ਜਿੰਨੀਆਂ ਵੀ ਦੁਆਵਾਂ ਮੰਗ ਰਹੇ ਹੋ ਨਾ ਉਹਨਾਂ ਦੀ ਹਸੀਅਤ ਹੀ ਕੋਈ ਨਹੀਂ ਹੈਗੀ। ਹੁਣ ਜਦੋਂ ਤੁਸੀਂ ਕਿਸੇ ਮੁਸ਼ਕਿਲ ਦੇ ਵਿੱਚ ਆ ਜਾਂਦੇ ਹੋ, ਤੁਸੀਂ ਤੁਹਾਨੂੰ ਦੱਸਿਆ ਗਿਆ ਕਿ ਯਾਰ ਤੁਸੀਂ ਮੁਸ਼ਕਿਲ 'ਚ ਆਓ, ਅਤੇ ਫਿਰ ਤੁਸੀਂ ਕੀ ਕਰਨਾ ਹੈ, ਯਾ ਕਾ ਨਾਬੁਦੁ व ਇਯਾਕਾ ਨਸਤਾਈਨ, ਤੁਸੀਂ ਮਦਦ ਜਿਹੜੀ ਹੈ ਨਾ ਉਹ ਮੰਗਣੀ ਹੈ ਅੱਲਾ ਦੇ ਕੋਲੋਂ, ਅਤੇ ਤੁਸੀਂ ਉਹਦੀ ਹੀ ਇਬਾਦਤ ਕਰਨੀ ਹੈ। ਹੁਣ ਜਰਾ ਸੋਚੋ ਨਾ ਤੁਸੀਂ, ਉਹ ਇਹ ਹੁਣ ਸੋਹਣਾ ਲੱਗਦਾ ਬੰਦਾ ਕਿ ਇੱਕ ਐਸੀ ਜ਼ਾਤ ਦੀ ਇਬਾਦਤ ਕਰੇ ਜਿਹੜੀ ਐਡੀ ਵੱਡੀ ਹੈਗੀ ਹੈ, ਜਿਹਦਾ ਤੁਹਾਡੇ ਨਾਲ ਕੋਈ ਤਕਾਬਲ ਹੀ, ਕੋਈ ਮੁਕਾਬਲਾ ਹੀ ਨਹੀਂ ਹੈਗਾ ਨਾ, ਅਤੇ ਉਹਦੇ ਹੱਥ 'ਚ ਸਾਰਾ ਕੁਛ ਹੈਗਾ, ਜੋ ਵੀ ਉਹ ਚਾਹੇ ਉਹ ਤੁਹਾਡੇ ਵਾਸਤੇ ਕਰ ਸਕਦਾ ਹੈਗਾ। ਹੁਣ ਤੁਸੀਂ ਉਹਨੂੰ ਜਦੋਂ ਆਪਣਾ ਮਾਲਕ ਬਣਾ ਲਿਆ ਅਤੇ ਤੁਸੀਂ ਹੁਣ ਉਹਦੀ ਇਬਾਦਤ ਕਰ ਰਹੇ ਹੋ, ਤੁਸੀਂ ਖੁਦ ਦੇ ਨਾ ਚੌਧਰੀ ਦਾ ਬੰਦਾ ਜਿਹੜਾ ਹੈਗਾ ਜਦੋਂ ਉਹ ਚੌਧਰੀ ਦੇ ਨਾਲ ਟੁਰਦਾ ਅਤੇ ਉਹ ਵੀ ਆਪਣੇ ਆਪ ਨੂੰ ਚੌਧਰੀ ਹੀ ਸਮਝ ਰਿਹਾ ਹੁੰਦਾ ਨਾ। ਚੌਧਰੀ ਦਾ ਬੰਦਾ ਆਵੇ ਨਾ ਕਿਸੇ ਦੇ ਕੋਲ, ਅਤੇ ਉਹ ਜਨਾਬ ਉਹ ਬੰਦੇ ਜਿਹੜੇ ਨੇ ਨਾ ਉਹਨੂੰ ਚੌਧਰੀ ਵਾਲਾ ਹੀ ਪ੍ਰੋਟੋਕੋਲ ਦਿੰਦੇ ਨੇ ਕਿ ਯਾਰ ਨਹੀਂ ਇਹ ਚੌਧਰੀ ਦਾ ਯਾਰ ਹੈਗਾ, ਚੌਧਰੀ ਦਾ ਖਾਸ ਮੁਲਾਜ਼ਮ ਹੈਗਾ ਜਿਹੜਾ ਬੰਦਾ ਆਇਆ ਹੈਗਾ। ਅਤੇ ਜਦੋਂ ਤੁਸੀਂ ਰੱਬ ਦੇ ਨਾਲ ਹੀ ਦਾ ਖਾਸ ਬੰਦੇ ਬਣੋਗੇ, ਤੁਸੀਂ ਜਦੋਂ ਰੱਬ ਦੇ ਨਾਲ ਤੁਹਾਡਾ ਤਾਲੁਕ ਕਾਇਮ ਹੋਏਗਾ, ਅਤੇ ਜਦੋਂ ਰੱਬ ਦੀ ਇਹ ਹਸੀਅਤ ਹੈਗੀ ਹੈ, ਤੁਸੀਂ ਖੁਦ ਸੋਚੋ ਕਿ ਤੁਹਾਡਾ ਮੁਕਾਮ ਕੀ ਬਣੇਗਾ, ਹੈ ਨਾ। ਅਤੇ ਜਦੋਂ ਅੱਲਾਹ ਤਾਲਾ ਖੁਦ ਫਰਮਾਉਂਦਾ ਹੈਗਾ ਕਿ ਤੁਸੀਂ ਮੇਰੇ ਕੋਲੋਂ ਮਦਦ ਮੰਗੋ, ਮੇਰੇ ਕੋਲੋਂ ਤੁਸੀਂ ਕੀ ਨਾਲ ਹੀ ਜੋ ਚਾਹੇ ਤੁਸੀਂ ਮੰਗ ਸਕਦੇ ਹੋ, ਅਤੇ ਉਹਦੇ ਕੋਲੋਂ ਮੰਗਣ ਦਾ ਫਿਰ ਮਜ਼ਾ ਵੀ ਆਉਂਦਾ ਹੈ ਨਾ। ਇਯਾਕਾ ਨਾਬੁਦੁ व ਇਯਾਕਾ ਨਸਤਾਈਨ, ਅਸੀਂ ਉਸ ਅੱਲਾ ਦੀ ਇਬਾਦਤ ਕਰਨੇ ਹਾਂ ਅਤੇ ਉਹਦੇ ਕੋਲੋਂ ਹੀ ਅਸੀਂ ਮਦਦ ਵੀ ਚਾਹੁੰਦੇ ਹਾਂ। ਇਹਦੀਨਾ ਸਿਰਾਤਲ ਮੁਸਤਕੀਮ, ਅਤੇ ਅਸੀਂ ਉਹਦੇ ਅੱਗੇ ਦੁਆ ਕਰਨੇ ਹਾਂ ਕਿ ਸਾਨੂੰ ਜਿਹੜਾ ਸਿੱਧਾ ਰਸਤਾ ਹੈਗਾ ਨਾ, ਜਿਹੜਾ ਆਸਾਨ ਸਿੱਧਾ ਰਸਤਾ ਹਮੇਸ਼ਾ ਆਸਾਨ ਰਸਤਾ ਹੁੰਦਾ ਹੈ। ਜਦੋਂ ਤੁਸੀਂ ਕੋਈ ਸ਼ਾਰਟਕਟ ਵਗੈਰਾ ਕਿਧਰੇ ਤੁਸੀਂ ਦੇਖਣਾ ਹੋਵੇ ਨਾ, ਅਤੇ ਫਿਰ ਤੁਹਾਨੂੰ ਨਾਲ ਪੁੱਛਣਾ ਪਏਗਾ ਅੱਛਾ ਯਾਰ ਇੱਥੋਂ ਕਿੱਥੇ ਜਾਣਾ, ਇੱਥੋਂ ਕਿੱਥੇ ਜਾਣਾ, ਇੱਥੋਂ ਕਿੱਥੇ ਜਾਣਾ। ਅੱਜ ਕੱਲ੍ਹ ਤਾਂ ਗੂਗਲ ਸ਼ੂਗਲ ਕਰ ਲੈਂਦੇ ਹੈਗੇ ਨੇ ਕਿ ਰਸਤੇ ਵਗੈਰਾ ਨਾ ਪਤਾ ਹੋਵੇ ਰਸਤੇ ਦੇਖਣ ਵਾਸਤੇ, ਲੇਕਿਨ ਸਿੱਧਾ ਰਸਤਾ ਜਿਹੜਾ ਨਾ ਉਹ ਹਮੇਸ਼ਾ ਆਸਾਨ ਹੁੰਦਾ ਹੈ। ਇਹਦੀਨਾ ਸਿਰਾਤਲ ਮੁਸਤਕੀਮ ਸਿਰਾਤਲ ਲਜ਼ੀਨਾ ਅਨਅਮਤ ਅਲੈਹਿਮ, ਉਹਨਾਂ ਲੋਕਾਂ ਦਾ ਰਸਤਾ ਜਿਨ੍ਹਾਂ ਦੇ ਉੱਤੇ ਅੱਲਾ ਕਰੀਮ ਨੇ ਆਪਣਾ ਇਨਾਮ ਜਿਹੜਾ ਨਾ ਉਹ ਕੀਤਾ ਹੈਗਾ। ਅਤੇ ਇਨਾਮ ਕਿਹਨਾਂ 'ਤੇ ਕੀਤਾ, ਉਹ ਬਈ ਇਸ ਤੋਂ ਵੱਡਾ ਇਨਾਮ ਹੋਰ ਕੀ ਹੋ ਸਕਦਾ ਕਿ ਅੱਲਾ ਕਰੀਮ ਨੇ ਸਾਨੂੰ ਈਮਾਨ ਦੀ ਦੌਲਤ ਦੇ ਨਾਲ ਨਵਾਜ਼ਿਆ, ਅਸੀਂ ਮੁਸਲਮਾਨ ਹੈਗੇ ਹਾਂ, ਹੈ ਨਾ। ਅਤੇ ਜਿਹੜਾ ਬੰਦਾ ਜਿੰਨਾ ਆਪਣੇ ਕੀ ਨਾਂ ਲਈਦਾ ਅੱਲਾ ਦੇ ਜਿਹੜੇ ਅਹਿਕਾਮਾਤ ਨੇ, ਜਿਹੜੇ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਰੀਏ ਸਾਡੇ ਤੱਕ ਪਹੁੰਚੇ ਨੇ, ਬੰਦਾ ਜਿੰਨਾ ਉਹਨਾਂ 'ਤੇ ਅਮਲ ਕਰੇ, ਜਿੰਨਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹਨੂੰ ਆਪਣਾ ਨਮੂਨਾ ਬਣਾ ਕੇ ਚੱਲੇ, ਅਤੇ ਉਹਦੇ ਵਾਸਤੇ ਉਨਾ ਹੀ ਵੱਡਾ ਇਨਾਮ ਹੈ। ਗੈਰਿਲ ਮਗਜ਼ੂਬੀ ਅਲੈਹਿਮ ਵਲੱਦਾਲੀਨ, ਉਹਨਾਂ ਲੋਕਾਂ ਦਾ ਰਸਤਾ ਨਹੀਂ ਜਿਨ੍ਹਾਂ ਦੇ ਉੱਤੇ ਅੱਲਾ ਕਰੀਮ ਨੇ ਆਪਣਾ ਅਜ਼ਾਬ ਨਾਜ਼ਿਲ ਕੀਤਾ ਹੈਗਾ ਨਾ, ਜਿਸ 'ਤੇ ਗੁੱਸਾ ਹੋਇਆ ਹੈਗਾ। ਇਹ ਜਿੰਨੀਆਂ ਵੀ ਕੌਮਾਂ ਦਾ ਜ਼ਿਕਰ ਕੁਰਾਨ ਪਾਕ ਦੇ ਵਿੱਚ ਮਿਲਦਾ ਜਿਨ੍ਹਾਂ ਦੇ ਉੱਤੇ ਕੀ ਨਾਂ ਲਈਦਾ ਅੱਲਾ ਕਰੀਮ ਨੇ ਆਪਣਾ ਅਜ਼ਾਬ ਜਿਹੜਾ ਹੈ ਉਹ ਨਾਜ਼ਿਲ ਕੀਤਾ ਹੈ, ਚਾਹੇ ਉਹ ਲੂਤ ਅਲੈਹਿਸਲਾਮ ਦੀ ਕੌਮ ਹੋਵੇ, ਚਾਹੇ ਉਹ ਨੂਹ ਅਲੈਹਿਸਲਾਮ ਦੀ ਕੌਮ ਹੋਵੇ, ਚਾਹੇ ਉਹ ਸਾਲਹ ਅਲੈਹਿਸਲਾਮ ਦੀ ਕੌਮ ਹੋਵੇ, ਚਾਹੇ ਉਹ ਲੰਬੇ ਤੜੰਗੇ ਜਿਹੜੇ ਨੇ ਆਦ ਸਮੂਦ ਹੀ ਕਿਉਂ ਨਾ ਹੋਣ ਨਾ, ਉਹਨਾਂ ਲੋਕਾਂ ਦਾ ਰਸਤਾ ਜਿਹੜਾ ਨਾ ਉਹ ਨਹੀਂ ਸਾਨੂੰ ਚਾਹੀਦਾ। ਸਾਨੂੰ ਤਾਂ ਉਹ ਰਸਤਾ ਚਾਹੀਦਾ ਹੈਗਾ ਜਿਹਦੇ ਉੱਤੇ ਅੱਲਾ ਕਰੀਮ ਨੇ ਫਰਮਾਇਆ ਕਿ ਅੱਲਾ ਇਹਨਾਂ ਤੋਂ ਰਾਜ਼ੀ ਹੋ ਗਿਆ, ਹੈ ਨਾ। ਜਿਨ੍ਹਾਂ ਲੋਕਾਂ ਨੇ ਬੈਤ ਰਿਜ਼ਵਾਨ ਕੀਤੀ, ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਨਾ ਇੱਕ ਆਵਾਜ਼ ਦੇ ਉੱਤੇ ਲੱਬੈਕ ਕਹਿਣ ਵਾਲੇ ਜਿਹੜੇ ਲੋਕ ਹੈਗੇ ਨੇ ਨਾ, ਇਹ ਉਹ ਲੋਕ ਇਨਾਮ ਯਾਫਤਾ ਹੈਗੇ ਨੇ।
ਉਹ ਸਾਰੇ ਲੋਕ ਇਨਾਮ ਯਾਫਤਾ ਨੇ ਜਿਨ੍ਹਾਂ ਨੇ ਆਪਣੇ ਨਬੀਆਂ ਦੇ ਉੱਤੇ ਵਕਤ ਦੇ ਜਿਹੜੇ ਵੀ ਨਬੀ ਸਨ ਉਹਨਾਂ ਦੇ ਉੱਤੇ ਈਮਾਨ ਲਿਆਂਦਾ ਅਤੇ ਉਹਨਾਂ ਦੇ ਸਾਥ ਨਾਲ ਖੜ੍ਹੇ ਰਹੇ ਹੈ ਨਾ। ਵਲਾ ਜ਼ਾਲੀਨ, ਅੱਲਾ ਕਰੀਮ ਸਾਨੂੰ ਜ਼ਾਲਮਾਂ ਦੇ ਵਿੱਚੋਂ ਨਾ ਕਰ। ਉਹ ਬੰਦਾ ਜਿਹੜਾ ਹੈਗਾ ਨਾ ਸਭ ਤੋਂ ਪਹਿਲਾਂ ਤਾਂ ਜ਼ੁਲਮ ਆਪਣੇ ਉੱਤੇ ਕਰਦਾ ਨਾ। ਜਦੋਂ ਸਿੱਧੀ ਗੱਲ ਹੀ ਉਹਨੂੰ ਸਮਝ ਨਹੀਂ ਆਉਣੀ, ਜਦੋਂ ਸਿੱਧੀ ਗੱਲ ਦਾ ਉਹਨੂੰ ਪਤਾ ਹੀ ਨਹੀਂ ਲੱਗਣਾ ਹੈਗਾ, ਜਦੋਂ ਉਹਨੂੰ ਇਹ ਹਰ ਗੱਲ ਹੀ ਪੁੱਠੀ ਕਰਨੀ ਹੈਗੀ ਹੈ, ਅਤੇ ਉਹ ਬੰਦਾ ਸਭ ਤੋਂ ਪਹਿਲਾਂ ਤਾਂ ਆਪਣੇ ਉੱਤੇ ਜ਼ੁਲਮ ਕਰਦਾ ਨਾ। ਸਮਝ ਤਾਂ ਸਾਰਿਆਂ ਨੂੰ ਲੱਗ ਰਹੀ ਹੁੰਦੀ ਹੈ ਕਿ ਯਾਰ ਇਹ ਬੰਦਾ ਕੀ ਗੱਲ ਕਰ ਰਿਹਾ ਹੈਗਾ। ਸਮਝ ਜਦੋਂ ਕੋਈ ਚੀਜ਼ ਕੋਈ ਦੇਖਦਾ ਨਾ ਤਾਂ ਜਾਂ ਪੜ੍ਹਦਾ ਜਾਂ ਸੁਣਦਾ, ਜਿਹੜਾ ਸਿਆਣਾ ਬੰਦਾ ਹੈਗਾ ਨਾ ਉਹਨੂੰ ਫੌਰਨ ਪਤਾ ਚੱਲ ਜਾਂਦਾ ਹੈਗਾ ਕਿ ਯਾਰ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਨਾ ਇਹ ਸਹੀ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ। ਅਤੇ ਜਿਹੜੇ ਬੰਦੇ ਨੇ ਸਹੀ ਗੱਲ ਮੰਨਣੀ ਨਹੀਂ, ਸਹੀ ਗੱਲ ਨੂੰ ਸਮਝਣਾ ਹੀ ਨਹੀਂ, ਅਤੇ ਉਹ ਬੰਦਾ ਸਭ ਤੋਂ ਪਹਿਲਾਂ ਤਾਂ ਜ਼ੁਲਮ ਆਪਣੇ ਉੱਤੇ ਕਰੇਗਾ ਨਾ। ਠੀਕ ਹੈ ਨਾ। ਅਤੇ ਵਲਾ ਜ਼ਾਲੀਨ ਯਾਨੀ ਕਿ ਉਹਨਾਂ ਲੋਕਾਂ ਦਾ ਰਸਤਾ ਨਹੀਂ ਸਾਨੂੰ ਚਾਹੀਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ 'ਤੇ ਜ਼ੁਲਮ ਕੀਤਾ ਅਤੇ ਯਾਨੀ ਕਿ ਅੱਲਾ ਕਰੀਮ ਨੂੰ ਆਪਣੇ ਕੋਲੋਂ ਨਾਰਾਜ਼ ਕਰ ਲਿਆ ਹੈ ਨਾ। ਅਤੇ ਫਿਰ ਇਹੋ ਜਿਹਾ ਨਾਰਾਜ਼ ਕੀਤਾ ਕਿ ਉਹ ਅੱਲਾ ਕਰੀਮ ਨੂੰ ਉਹਨਾਂ ਦੇ ਉੱਤੇ ਆਪਣੇ ਕਰੀਮ ਹੋਣ ਦੇ ਬਾਵਜੂਦ ਹੈ ਨਾ, ਰਹਿਮਾਨ ਅਤੇ ਰਹੀਮ ਹੋਣ ਦੇ ਬਾਵਜੂਦ ਉਹਨਾਂ ਲੋਕਾਂ ਨੂੰ ਫਿਰ ਅੱਲਾ ਦੇ ਗੁੱਸੇ ਨੇ ਜਦੋਂ ਫੜਿਆ ਅਤੇ ਫਿਰ ਉਹਨਾਂ ਵਾਸਤੇ ਕੋਈ ਜਾਏ ਪਨਾਹ ਨਹੀਂ ਸੀ ਹੈਗੀ। ਸਾਨੂੰ ਉਹਨਾਂ ਲੋਕਾਂ 'ਚੋਂ ਨਹੀਂ ਕਰਨਾ। ਸੂਰੇ ਫਾਤਿਹਾ ਜਿਹੜੀ ਹੈਗੀ ਹੈ ਨਾ ਉਹਦਾ ਮਫਹੂਮ ਮੈਨੂੰ ਤਾਂ ਇਹ ਸਮਝ ਆਈ। ਅਤੇ ਅਗਰ ਤੁਹਾਨੂੰ ਲੱਗਦਾ ਹੈਗਾ ਕਿ ਇਹ ਚੀਜ਼ ਕੋਈ ਇਸ ਤੋਂ ਬਿਹਤਰ ਕੋਈ ਦੱਸ ਸਕਦਾ ਹੈਗਾ ਤਾਂ ਜ਼ਰੂਰ ਦੱਸੇ, ਕਿਉਂਕਿ ਇਹ ਗੱਲਾਂ ਇੱਕ ਦੂਜੇ ਦੇ ਨਾਲ ਕਰਨ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਿਹਤਰ ਤਰੀਕੇ ਦੇ ਨਾਲ ਸਮਝ ਆਉਂਦੀਆਂ। ਇਨਸ਼ਾ ਅੱਲਾ ਅਸੀਂ ਅਗਲੇ ਸੈਸ਼ਨ ਦੇ ਵਿੱਚ ਕੁਰਾਨ ਪਾਕ ਦੀ ਕੋਈ ਹੋਰ ਆਇਤ ਜਿਹੜੀ ਹੈ, ਕੋਈ ਹੋਰ ਸੂਰਤ ਜਿਹੜੀ ਹੈ ਉਹਦਾ ਤਰਜਮਾ ਜਿਹੜਾ ਹੈ ਉਹ ਕੋਸ਼ਿਸ਼ ਕਰਾਂਗੇ, ਉਹਦਾ ਮਫਹੂਮ ਜਿਹੜਾ ਹੈ ਉਹ ਅਸੀਂ ਪੇਸ਼ ਕਰੀਏ। उन्हीं देर तक अल्लाह हाफिज़। अस्सलामु अलैकुम व रहमतुल्लाहि व बरकातुहू।